ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਜੇ ਸੋ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ। ਇਤੇ ਚਾਨਣ ਹੋਂਦਿਆਂ ਗੁਰ ਬਿਨ ਘੋਰ ਅੰਧਾਰ। ਇਤੇ ਚਾਨਣ ਹੋਂਦਿਆਂ ਗੁਰ ਬਿਨ ਘੋਰ ਅੰਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੀ ਸਾਜੀ ਗੁਰਾਂ ਦੀ ਨਿਵਾਜੀ ਸਾਧ ਸੰਗਤ ਜੀ, ਬੜੇ ਹੀ ਵੱਡਿਆਂ ਭਾਗਾਂ ਵਾਲੇ ਹਾਂ ਅਸੀਂ ਸਾਰੇ, ਜੋ ਸਤਿਗੁਰੂ ਜੀ ਦੀ ਤੁਰਕੀ ਬਾਣੀ, ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਦੇ ਨਾਲ ਇਹ ਜੁੜਨ ਦਾ ਭਲਾ ਸਮਾਂ, ਇਸ ਸਮੇਂ ਨੂੰ ਅਸੀਂ ਭਲਾ ਬਣਾ ਰਹੇ ਹਾਂ, ਸਵਾਸਾਂ ਨੂੰ ਭਲੇ ਬਣਾ ਰਹੇ ਹਾਂ। ਤੋ ਸਤਿਗੁਰੂ ਜੀ ਦੀ ਬੜੀ ਰਹਿਮਤ ਹੈ, ਕਿਰਪਾ ਹੈ। 14ਵੀਂ ਅਸ਼ਟਪਦੀ ਦੇ 4 ਪਦਿਆਂ ਤੱਕ ਪਿੱਛੇ ਵਿਚਾਰ ਹੋ ਚੁੱਕੀ ਹੈ। ਅੱਜ 5ਵੇਂ ਪਦੇ ਤੋਂ 14ਵੀਂ ਅਸ਼ਟਪਦੀ ਹੈ। ਹਰ ਇੱਕ ਅਸ਼ਟਪਦੀ ਦੇ ਵਿੱਚ 8-8 ਪਦੇ ਹਨ। ਤੋ ਇਸ ਤਰ੍ਹਾਂ 8 ਪਦਿਆਂ ਵਿੱਚੋਂ ਸਾਡੇ 14ਵੀਂ ਅਸ਼ਟਪਦੀ ਦੇ 4 ਪਦਿਆਂ ਦੀ ਵਿਚਾਰ ਕੱਲ ਜੋ ਸੰਪੂਰਨ ਹੋਈ ਸੀ, ਅੱਜ ਅਸੀਂ 5ਵੇਂ ਪਦੇ ਦੀ ਵਿਚਾਰ ਪ੍ਰਾਰੰਭ ਸਤਿਗੁਰੂ ਜੀ ਦੀ ਆਗਿਆ ਬਖਸ਼ਿਸ਼ ਲੈ ਕੇ ਕਰਨ ਜਾ ਰਹੇ ਹਾਂ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਔਰ ਗੁਰਬਾਣੀ ਦੇ ਲਾਹੇ ਪ੍ਰਾਪਤ ਕਰੀਏ। ਵਾਹਿਗੁਰੂ ਸਾਹਿਬ ਜੀ। ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸਤਿਗੁਰੂ ਜੀ ਫਰਮਾ ਰਹੇ ਆ ਭਾਈ, ਜਿਨ੍ਹਾਂ ਦੇ ਅਕਾਲ ਪੁਰਖ ਹਰੀ ਜੋ ਸਾਰਿਆਂ ਦਾ ਪ੍ਰਭੂ ਸੁਆਮੀ ਹੈ, ਭਾਈ ਉਹ ਜਿਨ੍ਹਾਂ ਦੇ ਚਿੱਤ ਵਿੱਚ ਆ ਜਾਂਦਾ ਹੈ ਐਸਾ ਪ੍ਰਭੂ, ਜਿਨ੍ਹਾਂ ਨੂੰ ਉਹ ਭਾ ਜਾਂਦਾ ਹੈ, ਜਿਨ੍ਹਾਂ ਦੇ ਅਕਾਲ ਪੁਰਖ ਹਰੀ ਜੋ ਸਾਰਿਆਂ ਦਾ ਪ੍ਰਭੂ ਸੁਆਮੀ ਹੈ ਨਾ, ਮਨ ਦੇ ਚਿੱਤ ਵਿੱਚ ਆਉਂਦਾ ਹੈ, ਜਿਨ੍ਹਾਂ ਦੇ ਚਿੱਤ ਵਿੱਚ ਮੰਨਣ ਆਉਂਦਾ ਹੈ, ਜਿਨ੍ਹਾਂ ਦੇ ਮਨ ਵਿੱਚ ਸਿਮਰਨ ਆਉਂਦਾ ਹੈ, ਭਾਵ ਜਿਨ੍ਹਾਂ ਨੂੰ ਚੇਤੇ ਰਹਿੰਦਾ ਹੈ, ਉਸ ਦੀ ਬਾਬਤ ਧੰਨ ਗੁਰੂ ਅਰਜਨ ਦੇਵ ਜੀ ਫਰਮਾ ਰਹੇ ਆ ਕਿ ਉਹ ਸਰੀਰ, ਉਹ ਮਨ ਕੈਸਾ ਹੈ। ਸੋ ਸੰਤ ਸੋਹੇਲਾ ਨਹੀਂ ਡੁਲਾਵੈ। ਸਤਿਗੁਰੂ ਜੀ ਫਰਮਾਉਂਦੇ ਭਾਈ, ਉਹਦਾ ਨਾਮ ਸੰਤ ਹੈ, ਉਹੀ ਸੁਹੇਲਾ ਸੁਖੀ ਹੈ। ਉਹ ਕਦੇ ਪਦਾਰਥਾਂ ਦੇ ਡੋਲਣ 'ਚ ਨਹੀਂ ਆਉਂਦਾ, ਉਹ ਸੰਤ ਸੁਖੀ ਰਹਿੰਦਾ ਹੈ। ਕਦੇ ਉਸ ਨੂੰ ਪਦਾਰਥ ਡੁਲਾ ਨਹੀਂ ਸਕਦੇ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਭਾਈ ਜਿਨ੍ਹਾਂ ਤੇ ਵਾਹਿਗੁਰੂ ਆਪਣਾ ਪਿਆਰੀ ਕਿਰਪਾ ਦ੍ਰਿਸ਼ਟੀ ਕਰ ਦਿੰਦਾ ਹੈ, ਮਿਹਰਾਂ ਦਾ ਮੀਂਹ ਵਰਸਾ ਦਿੰਦਾ ਹੈ, ਸੋ ਸੇਵਕ ਕਹੋ ਕਿਸ ਤੇ ਡਰੈ। ਫਿਰ ਉਸ ਸੇਵਕ ਨੂੰ, ਉਸ ਜੀਵ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ, ਕਿਉਂਕਿ ਉਸ 'ਤੇ ਪਰਮੇਸ਼ਰ ਨੇ ਮਿਹਰ ਕਰ ਦਿੱਤੀ ਹੈ, ਉਸ ਨੂੰ ਕੋਈ ਡਰਾ ਨਹੀਂ ਸਕਦਾ। ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਜਿਹੋ ਜਿਹਾ ਮਹਾਰਾਜ ਦਾ ਸਰੂਪ ਹੈ ਨਾ, ਸਤ ਚਿਤ ਆਨੰਦ ਸਰੂਪ, ਵੈਸਾ ਹੀ ਉਹਦੇ ਦੇਖਣ 'ਚ ਆ ਗਿਆ ਹੈ। ਆਪਣੇ ਕਾਰਜ ਮਹਿ ਆਪ ਸਮਾਇਆ, ਉਹ ਆਪਣੇ ਕਾਰਜ ਵਿੱਚ ਜਿਵੇਂ ਆਪ ਸਮਾਇਆ ਹੋਇਆ ਹੈ। ਉਹਦਾ ਆਪਣਾ ਕਾਰਜ ਹੈ ਸੰਸਾਰ,
ਇਹਦੇ 'ਚ ਅੱਧ ਅਸ਼ਟਾਂਗ ਸਰੂਪ ਹੋ ਗਏ ਆਪ ਸਮਾਇਆ ਹੋਇਆ ਪਰਮੇਸ਼ਰ। ਜਿਵੇਂ ਮਿੱਟੀ ਦੇ ਭਾਂਡਿਆਂ 'ਚ ਮਿੱਟੀ ਮਿਲੀ ਹੁੰਦੀ ਹੈ, ਜਿਵੇਂ ਸੋਨੇ ਦੇ ਗਹਿਣਿਆਂ ਵਿੱਚ ਸੋਨਾ ਮਿਲਿਆ ਹੁੰਦਾ ਹੈ, ਜਿਵੇਂ ਜਲ ਦੀਆਂ ਤਰੰਗਾਂ 'ਚ ਜਲ ਮਿਲਿਆ ਹੁੰਦਾ ਹੈ, ਇਸੇ ਤਰ੍ਹਾਂ ਆਪਣੇ ਕਾਰਜ ਜਗਤ ਵਿੱਚ ਆਪ ਪਰਮੇਸ਼ਰ ਸਮਾਇਆ ਹੋਇਆ। ਸੋਦਤ 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 ਸੀਜਿਆ। ਸਤਿਗੁਰੂ ਜੀ ਫਰਮਾਉਂਦੇ, ਭਾਈ ਸੋਧਿਆ ਹੋਇਆ ਵੇਦਾਂ ਨੂੰ, ਸੋਧਿਆ ਹੋਇਆ ਸ਼ਾਸਤਰਾਂ ਨੂੰ, ਸੋਧਿਆ ਹੈ ਸਿਮਰਤੀਆਂ ਨੂੰ, ਸੀਜਿਆ ਭਾਵ ਸਮਝਿਆ ਹੈ ਸਾਧ ਸੰਗਤ ਦੁਆਰਾ, ਸੋਧਿਆ ਹੈ ਤਨ ਨੂੰ, ਸੋਧਿਆ ਹੈ ਮਨ ਨੂੰ, ਅਤੇ ਸੀਜਿਆ ਹੈ ਬੁੱਧੀ ਦੁਆਰਾ, ਸਮਝਿਆ ਹੈ ਉਸ ਪਰਮੇਸ਼ਰ ਦੇ ਤਾਹੀਂ ਤਾਂ ਮੁਕਤ ਹੋ ਗਏ ਆ। ਗੁਰ ਪ੍ਰਸਾਦ ਤਤ ਸਭ ਬੂਝਿਆ। ਗੁਰਾਂ ਦੀ ਐਸੀ ਕਿਰਪਾ ਕਰਕੇ ਭਾਈ ਤਤ ਵਸਤੂ ਜਿਹੜੀ ਸਰੂਪ ਜੋ ਹੈ ਨਾ, ਉਹ ਸਾਰਿਆਂ 'ਚ ਬੁੱਝ ਲਿਆ, ਸਮਝ ਲਿਆ। ਜਬ ਦੇਖੋ ਤਬ ਸਭ ਕਿਛ ਮੂਲ। ਅਸੀਂ ਤਾਂ ਜਦੋਂ ਦੇਖਦੇ ਹਾਂ ਸਭ ਤੋਂ ਮੂਲ ਕਾਰਨ ਰੂਪ ਬ੍ਰਹਮ ਆਪ ਵਾਹਿਗੁਰੂ ਹੈ, ਇੱਕ ਓੰਕਾਰ ਹੈ। ਨਾਨਕ ਸੋ ਸੂਖਮ ਸੋਈ ਅਸਥੂਲ। ਸਤਿਗੁਰੂ ਸਾਹਿਬ ਜੀ ਕਹਿੰਦੇ ਸੂਖਮ ਰੂਪ ਨਿਰਗੁਣ ਸਰੂਪ ਵੀ ਉਹ ਆਪ ਹੈ, ਸੋਈ ਅਸਥੂਲ ਭਾਵ ਸਰਗੁਣ ਰੂਪ ਵਿਰਾਟ ਰੂਪ ਵੀ ਆਪ ਹੀ ਹੈ। ਸੂਖਮ ਰੂਪ ਜੀਵ ਰੂਪ ਵੀ ਆਪ ਹੈ, ਅਸਥੂਲ ਰੂਪ ਬ੍ਰਹਿਮੰਡ ਰੂਪ ਪਸਾਰਾ ਵੀ ਆਪ ਹੈ। ਸੂਖਮ ਹਿਰਨੈ ਗਰਭ ਰੂਪ ਵੀ ਆਪ ਹੈ, ਅਸਥੂਲ ਵਿਰਾਟ ਰੂਪ ਵੀ ਆਪ ਹੈ ਵਾਹਿਗੁਰੂ। ਨਹਿ ਕਿਛ ਜਨਮੈ ਨਹਿ ਕਿਛ ਮਰੈ। ਭਾਈ ਵਾਸਤਵ ਵਿੱਚ ਨਾ ਕੋਈ ਜਨਮ ਧਾਰਦੀ ਹੈ ਚੀਜ਼ ਉਸ ਵਾਹਿਗੁਰੂ ਦੀ ਜੋਤ 'ਚ, ਨਾ ਕੋਈ ਮਰਨ ਵਾਲੀ ਚੀਜ਼ ਹੈ। ਆਪਨ ਚਲਤ ਆਪ ਹੀ ਕਰੈ। ਇਹ ਤਾਂ ਭਾਈ ਉਹਦਾ ਆਪਣਾ ਚਲਿੱਤਰ ਹੈ, ਖੇਲ ਖੇਲਿਆ ਹੋਇਆ। ਇਹ ਚਲਿੱਤਰ ਆਪ ਹੀ ਕਰ ਰਿਹਾ ਹੈ ਪਰਮੇਸ਼ਰ। ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ। ਸਿੱਖਾਂ ਵੱਲੋਂ ਪ੍ਰਸ਼ਨ ਹੈ, ਸੱਚੇ ਪਾਤਸ਼ਾਹ ਤੁਸੀਂ ਕਹਿੰਦੇ ਜੰਮਦਾ ਮਰਦਾ ਨਹੀਂ, ਲੋਕ ਆਉਂਦੇ ਜਾਂਦੇ ਦਿਸਦੇ ਆ, ਜੰਮਦੇ ਮਰਦੇ ਦਿਸਦੇ ਆ, ਇਹ ਕੀ ਕਾਰਨ ਹੈ? ਤਾਂ ਹਜ਼ੂਰ ਕਹਿੰਦੇ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ। ਇਹ ਭਾਈ ਇਹ ਗੁਰਸਿੱਖੋ, ਜਿਹੜਾ ਜਦੋਂ ਜਨਮ ਧਾਰ ਕੇ ਆਉਂਦਾ ਹੈ ਨਾ, ਦਿਸਦਾ ਹੈ ਸਾਰਿਆਂ ਨੂੰ, ਵਧਾਈਆਂ ਦਿੰਦੇ ਹਨ, ਲੋਕ ਇਕੱਠੇ ਹੁੰਦੇ ਹਨ, ਖੁਸ਼ੀ ਮਨਾਉਂਦੇ ਹਨ। ਪਰ ਜਦੋਂ ਜਾਂਦਾ ਹੈ ਮਰ ਕੇ, ਉਦੋਂ ਅਨਦ੍ਰਿਸ਼ਟ ਹੋ ਜਾਂਦਾ ਹੈ, ਕੋਲੇ ਹੀ ਖੜੇ ਰਹਿ ਜਾਂਦੇ ਆ ਨਬਜ਼ਾਂ ਪਕੜ ਕੇ, ਪਤਾ ਹੀ ਨਹੀਂ ਲੱਗਦਾ ਕਿੱਧਰ ਨੂੰ ਚਲਿਆ ਜਾਂਦਾ ਹੈ। ਇਹੋ ਜਿਹੀ ਹਾਲਤ ਹੈ। ਤੋ ਇਹ ਜਿਹੜੀ ਦ੍ਰਿਸ਼ਟੀ ਹੈ ਨਾ, ਆਉਣ ਦੀ ਜਨਮ ਧਾਰ ਕੇ ਇਹ ਜਾਂਦੇ ਹੋ ਅੰਦ੍ਰਿਸ਼ਟ, ਦਿਸਣ ਤੋਂ ਰਹਿਤ ਹੋ ਜਾਣਾ, ਇਹ ਸਾਧ ਸੰਗਤ ਜੀ ਅਨ ਨਾਉ ਦਵੈਤ ਕਰਕੇ ਦ੍ਰਿਸ਼ਟੀ ਹੈ। ਵਾਹਿਗੁਰੂ ਦੇ ਸਰੂਪ ਵਿੱਚ ਨਹੀਂ, ਇਹ ਉਸ ਦੇ ਸਰੂਪ ਵਿੱਚ ਨਾ ਕੋਈ ਜੰਮਦੀ ਚੀਜ਼ ਹੈ ਨਾ ਮਰਦੀ ਚੀਜ਼ ਹੈ। ਉਹ ਤਾਂ ਚੇਤਨ ਇੱਕ ਰਸ ਰਹਿਣ ਵਾਲਾ ਹੈ। ਇਹ ਮਹਾਰਾਜ ਆਉਣ ਜਾਣ ਦੀ ਦ੍ਰਿਸ਼ਟੀ ਕਿਸ ਵਿੱਚ ਹੈ? ਇਹ ਅਨਦ੍ਰਿਸ਼ਟ ਹੈ। ਅਣੂ ਜੋ ਨਿਰੰਤਰ ਪਰਮੇਸ਼ਰ ਸਾਰਿਆਂ ਨੂੰ ਦ੍ਰਿਸ਼ਟੀ 'ਚ ਰੱਖਣ ਵਾਲਾ ਹੈ, ਉਹ ਸਦ ਹਜੂਰ ਹਾਜ਼ਰ ਹੈ, ਨਾਜ਼ਰ ਹੈ। ਉਹ ਕਿਤੇ ਦੂਰ ਹੋਣ ਵਾਲਾ ਨਹੀਂ, ਉਹ ਉਹਦੀ ਦ੍ਰਿਸ਼ਟੀ ਨਿਗਾਹ ਵਿੱਚ ਹੀ ਹੈ। ਕਹਿੰਦੇ ਮਹਾਰਾਜ ਉਹਦੀ ਆਪਣੀ ਵਿੱਚ, ਉਹਦੇ ਜੰਮਣ ਮਰਨ, ਕਹਿੰਦੇ ਜੰਮਣ ਮਰਨ ਵਿੱਚ ਨਹੀਂ ਹੈ, ਇਸ ਵਿੱਚ ਹੈ। ਇਹ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਭਾਈ ਇਹ ਜਿੰਨੀ ਸਾਰੀ ਸ੍ਰਿਸ਼ਟੀ ਹੈ ਨਾ, ਆਗਿਆਕਾਰੀ ਕੌਣ ਹੈ? ਮਾਇਆ। ਮਾਇਆ ਵਿੱਚ ਹੀ ਸਾਰੀ ਧਾਰਨ ਕੀਤੀ ਹੈ, ਉਹਦੇ ਸਰੂਪ ਵਿੱਚ ਨਹੀਂ ਹੈ। ਉਹਦਾ ਸਰੂਪ ਸਤ ਚਿਤ ਆਨੰਦ ਸਰੂਪ ਹੈ। ਵਾਹਿਗੁਰੂ ਅਸੰਗ ਦਾ ਅਸੰਗ ਹੈ, ਸਦਾ ਸੁਤੰਤਰ ਹੈ। ਜਿਹੜੇ ਵਾਹਿਗੁਰੂ ਦੀ ਭਗਤੀ ਕਰਦੇ ਆ, ਗੁਰਾਂ ਦੇ ਆਗਿਆਕਾਰੀ ਹੈ, ਉਹਨਾਂ ਨੂੰ ਪਤਾ ਲੱਗਾ ਹੈ ਕਿ ਸਾਰੀ ਸ੍ਰਿਸ਼ਟੀ ਜਿਵੇਂ ਸਾਧ ਸੰਗਤ ਜੀ
ਗਹਿਣਾ ਪਾਉਣਾ ਅਧਿਆਸਤ ਹੁੰਦਾ ਹੈ ਆਪਣੇ ਸੋਨੇ ਵਿੱਚ। ਜਿਵੇਂ ਜਲ ਵਿੱਚ ਲਹਿਰ ਅਧਿਆਸਤ ਕਲਪਿਤ ਰੂਪ ਹੁੰਦੀ ਹੈ, ਜਿਵੇਂ ਮਿੱਟੀ ਵਿੱਚ ਭਾਂਡਾ ਕਲਪਿਤ ਰੂਪ ਹੁੰਦਾ ਹੈ, ਇਉਂ ਸਾਰੀ ਸ੍ਰਿਸ਼ਟੀ ਜਿੰਨੀ ਧਾਰੀ ਹੋਈ ਹੈ ਉਹ ਆਗਿਆਕਾਰੀ ਜਿਹੜੇ ਪਰਮੇਸ਼ਰ ਦੇ ਭਗਤੀ ਕਰਨ ਵਾਲੇ ਉਹਨਾਂ ਨੂੰ ਪਤਾ ਹੈ ਕਿ ਸਾਰੀ ਸ੍ਰਿਸ਼ਟੀ ਅਧ ਅਸ਼ਟਾਂਗ ਅਧਿਆਸਤ ਰੂਪ ਕਰਕੇ ਕਲਪੀ ਹੋਈ ਹੈ, ਇਉਂ ਉਹਦੇ ਆਸਰੇ ਧਾਰੀ ਹੋਈ ਹੈ। ਆਪੇ ਆਪ ਸਗਲ ਮਹਿ ਆਪ। ਭਾਈਓ ਆਪਣਾ ਆਪ ਰੂਪ ਹੀ ਹੈ ਸਾਰਿਆਂ ਜੀਵਾਂ ਵਿੱਚ ਵੀ, ਸਾਰਿਆਂ ਈਸ਼ਰ ਵਿੱਚ, ਸਭਨਾਂ ਵਿੱਚ ਆਪਣਾ ਆਪ ਰੂਪ ਪਰਮੇਸ਼ਰ ਹੈ। ਅਨਕ ਜੁਗਤ ਰਚ ਥਾਪ ਉਥਾਪ। ਅਨੇਕਾਂ ਜੁਗਤ ਤਰੀਕਿਆਂ ਨਾਲ ਵਾਹਿਗੁਰੂ ਨੇ ਸ੍ਰਿਸ਼ਟੀ ਰਚੀ, ਕਦੇ ਤਿੰਨਾਂ ਤੱਤਾਂ ਕਰਕੇ, ਕਦੇ ਪੰਜਾਂ ਕਰਕੇ, ਕਦੇ ਚਾਰ ਖਾਣੀਆਂ ਕਰਕੇ, ਇਉਂ ਥਾਪੀ ਅਸਥਿਤ ਕੀਤੀ ਹੈ ਪੈਦਾ ਕਰਕੇ। ਫਿਰ ਉਹਨੂੰ ਉਥਾਪ ਪਰਲੋ ਕਰ ਲੈਂਦਾ, ਲੈ ਕਰ ਲੈਂਦਾ ਜੇ ਚਿੱਤ ਕਰੇ ਉਹਦਾ। ਅਬਿਨਾਸੀ ਨਾਹੀ ਕਿਛ ਖੰਡ। ਉਹ ਪਰਮੇਸ਼ਰ ਸ੍ਰਿਸ਼ਟੀ ਦੇ ਬਣਨ ਦੇ ਨਾਲ ਜੰਮਦਾ ਨਹੀਂ ਹੈ ਅਤੇ ਸ੍ਰਿਸ਼ਟੀ ਦੇ ਮਰਨ ਦੇ ਨਾਲ ਉਹ ਮਰਦਾ ਨਹੀਂ ਹੈ। ਉਹ ਅਬਿਨਾਸ਼ੀ ਵਾਹਿਗੁਰੂ ਹੈ। ਉਸ ਦਾ ਕਿਸੇ ਪ੍ਰਕਾਰ ਖੰਡਨ ਨਹੀਂ ਹੁੰਦਾ, ਕੱਟਿਆ ਨਹੀਂ ਜਾਂਦਾ, ਟੁਕੜੇ ਟੁਕੜੇ ਨਹੀਂ ਹੁੰਦਾ। ਉਹ ਇੱਕ ਰਸ ਰਹਿੰਦਾ ਹੈ। ਧਾਰਣ ਧਾਰ ਰਹਿਓ ਬ੍ਰਹਿਮੰਡ। ਭਾਈ ਉਹ ਮਹਾਰਾਜ ਹੈ ਕਿੱਥੇ? ਕਹਿੰਦੇ ਸਾਰੇ ਬ੍ਰਹਿਮੰਡ ਜਿੰਨੇ ਆ ਨਾ, ਇਹਨਾਂ ਨੂੰ ਆਪ ਧਾਰ ਰਿਹਾ ਆਪ ਦੇ ਆਸਰੇ, ਆਪਣੀ ਸੱਤਾ ਦੇ ਆਸਰੇ। ਸਾਰੇ ਬ੍ਰਹਿਮੰਡ ਜਿਸ ਦੀ ਆਸ ਤੇ ਖਲੋਤੇ ਹਨ। ਅਲਖ ਅਪੇਵ ਪੁਰਖ ਪ੍ਰਤਾਪ। ਭਾਈਓ ਲਖਣ ਤੋਂ ਰਹਿਤ ਹੈ ਸਾਧ ਸੰਗਤ ਜੀ, ਗੁਰਾਂ ਤੋਂ ਬਿਨਾਂ ਭੇਦ ਨਹੀਂ ਪੈਂਦਾ ਉਹਨਾਂ ਦਾ। ਵੇਦ ਸ਼ਾਸਤਰਾਂ ਕਰਕੇ ਪੂਰਨ ਹੈ ਉਹਦਾ ਤੇਜ ਪ੍ਰਤਾਪ। ਐਸਾ ਹੈ ਉਹ ਵਾਹਿਗੁਰੂ। ਆਪ ਜਪਾਏ ਤਾ ਨਾਨਕ ਜਾਪ। ਇੱਥੇ ਤੱਤਾ ਮੁਕਤਾ ਹੈ, ਆਪ ਜਪਾਏ ਤਾਂ ਨਹੀਂ ਕਹਿਣਾ, ਫਿਰ ਕੰਨਾ ਲੱਗ ਜਾਵੇਗਾ। ਇਹ ਅਸੀਂ ਆਪ ਖਿਆਲ ਰੱਖਣਾ ਹੈ। ਇਹ ਤੱਤਾ ਮੁਕਤੇ ਵਿੱਚ ਤੇ ਕੰਨੇ ਵਿੱਚ ਫਿਰ ਫਰਕ ਕੋਈ ਜੇ ਨਾ ਹੋਇਆ, ਇਹ ਸਤਿਗੁਰਾਂ ਜੀ ਨੂੰ ਇੱਥੇ ਕੀ ਲੋੜ ਸੀ ਕੱਲਾ ਤੱਤਾ ਮੁਕਤਾ ਲਾਉਣ ਦੀ? ਉਹ ਕੰਨਾ ਵੀ ਲਾ ਦਿੰਦੇ। ਆ ਸੰਗਤ ਜੀ, ਇਹਨਾਂ ਚੀਜ਼ਾਂ ਦਾ, ਇਹਨਾਂ ਅੱਖਰਾਂ ਦਾ ਗਿਆਨ ਖਿਆਲ ਰੱਖਣਾ ਹੈ। ਜਿਤਨੀ ਕੋ ਸਤਿਗੁਰੂ ਜੀ ਨੇ ਤਰੁੱਠ ਕੇ ਸਾਨੂੰ ਸੋਝੀ ਦਿੱਤੀ ਹੈ, ਕਿਉਂਕਿ ਆਪ ਆਪਣੀ ਬੁੱਧ ਹੈ ਜੇਤੀ ਦੇ ਅਨੁਸਾਰ। ਕਹਿੰਦੇ ਆਪ ਜਪਾਏ ਤਾਂ ਨਾਨਕ ਜਾਪ। ਤੱਤਾ ਮੁਕਤਾ ਹੈ ਤਾਂ ਕਹਿ ਕੇ ਲੰਘ ਜਾਣਾ। ਕਹਿੰਦੇ ਜਿਨ੍ਹਾਂ ਤੋਂ ਮਹਾਰਾਜ ਆਪ ਜਪਾਵੇ ਤਾਂ ਭਾਈ ਉਹ ਜਾਪ ਕਰਦੇ ਗੁਰਮਤਿ ਦੁਆਰਾ। ਸਤਿਗੁਰੂ ਸਾਹਿਬ ਜੀ ਕਹਿੰਦੇ ਆ ਉਸ ਪਰਮੇਸ਼ਰ ਜੀ ਨੂੰ ਜਪ ਉਹ ਜਾਪ ਜਾਣਦੇ ਹਨ। ਜਿਨ ਪ੍ਰਭ ਜਾਤਾ ਸੋ ਸੋਭਾਵੰਤ। ਜਿਨ੍ਹਾਂ ਨੇ ਵਾਹਿਗੁਰੂ ਨੂੰ ਜਾਣ ਲਿਆ ਹੈ ਉਸ ਭਾਰੀ ਸੋਭਾ ਵਾਲੇ ਹਨ। ਉਹਨਾਂ ਦੇ ਤੁਲ ਕਿਸੇ ਦੀ ਵਡਿਆਈ ਨਹੀਂ ਹੈ। ਸਗਲ ਸੰਸਾਰ ਉਧਰੈ ਤਿਨ ਮੰਤ। ਸਾਰਾ ਸੰਸਾਰ ਉਹਨਾਂ ਦੇ ਉਪਦੇਸ਼ ਦੇਣੇ ਕਰਕੇ, ਮੰਤਰ ਦੇਣੇ ਕਰਕੇ ਉਧਾਰ ਹੋ ਸਕਦਾ ਹੈ ਜੇ ਕੋਈ ਧਾਰਨ ਕਰੇ। ਪ੍ਰਭ ਕੇ ਸੇਵਕ ਸਗਲ ਉਧਾਰਨ। ਜਿਹੜੇ ਵਾਹਿਗੁਰੂ ਦੇ ਸੇਵਕ ਹਨ ਭਾਈ, ਸਾਰਿਆਂ ਦਾ ਉਧਾਰ ਕਰਨ ਦੇ ਸਮਰੱਥ ਹਨ ਜੋ ਸ਼ਰਨ ਆਉਂਦੇ ਹਨ। ਪ੍ਰਭ ਕੇ ਸੇਵਕ ਦੁਖ ਵਿਸਾਰਨ। ਵਾਹਿਗੁਰੂ ਦੇ ਸੇਵਕ ਜੰਮਣ ਮਰਨ ਦੇ ਦੁੱਖਾਂ ਨੂੰ ਵਿਸਰਜਣ ਕਰਨ ਵਾਲੇ ਹਨ, ਭਾਵ ਵਿਦਿਆ ਕਰਨ ਵਾਲੇ ਹਨ। ਆਪੇ ਮੇਲ ਲਏ ਕਿਰਪਾਲ। ਭਾਈ ਵਾਹਿਗੁਰੂ ਜੀ ਆਪ ਹੀ ਕਿਰਪਾਲੂ ਹੈ, ਆਪ ਦੇ ਨਾਲ ਉਹ ਮੇਲ ਲਏ ਹਨ। ਗੁਰ ਕਾ ਸ਼ਬਦ ਜਪ ਭਏ ਨਿਹਾਲ। ਸਤਿਗੁਰੂ ਸ਼ਬਦ ਦੀ ਮਹਿਮਾ ਦੱਸਦੇ ਆ। ਇਸ ਪ੍ਰਕਾਰ ਗੁਰਾਂ ਦਾ ਸ਼ਬਦ
ਜਿਸ ਵੀ ਜੀਪ ਨੇ ਜਪ ਲਿਆ ਹੈ, ਜਿਸ ਵੀ ਪ੍ਰਾਣੀ ਨੇ ਜਪਿਆ ਹੈ, ਉਹ ਦੁੱਖਾਂ ਤੋਂ ਰਹਿਤ ਨਿਹਾਲ ਹੋ ਗਏ ਹਨ ਭਾਈ। ਉਨਕੀ ਸੇਵਾ ਸੋਈ ਲਾਗੈ। ਸਤਿਗੁਰੂ ਜੀ ਦੱਸਦੇ ਉਹਨਾਂ ਦੀ ਸੇਵਾ, ਉਹਨਾਂ ਦੀ ਟਹਿਲ ਵਿੱਚ ਉਹ ਪੁਰਖ ਲੱਗਦਾ ਹੈ। ਕੌਣ ਭਾਈ? ਜਿਸਨੋਂ ਕਿਰਪਾ ਕਰਹਿ ਬੜ ਭਾਗੈ। ਜਿਹਦੇ ਉੱਪਰ ਉਹ ਵਾਹਿਗੁਰੂ ਪੂਰਬਲੇ ਕਰਮਾਂ ਅਨੁਸਾਰ, ਪੂਰਬਲੇ ਕਰਮਾਂ ਦੇ ਹਿਸਾਬ ਨਾਲ ਪ੍ਰੇਰ ਕੇ ਜਿਸ ਨੂੰ ਉਹ ਵਾਹਿਗੁਰੂ ਸੇਵਾ ਵਿੱਚ ਲਾਉਂਦਾ ਹੈ, ਜਿਸਨੋਂ ਕਿਰਪਾ ਕਰਹਿ ਬੜ ਭਾਗੈ, ਉਹ ਹੀ ਉਹਨਾਂ ਮਹਾਂਪੁਰਖਾਂ ਤਤ ਬੇਤਿਆਂ ਦੀ ਸੇਵਾ ਵਿੱਚ ਲੱਗ ਸਕਦਾ ਹੈ। ਨਾਮ ਜਪਤ ਪਾਵਹਿ ਬਿਸਰਾਮ। ਉਹ ਨਾਮ ਨੂੰ ਜਪ ਕੇ ਵਾਹਿਗੁਰੂ ਵਿੱਚ ਬਿਸਰਾਮ ਟਿਕਾ ਪਾ ਲੈਂਦੇ ਹਨ। ਨਾਨਕ ਤਿਨ ਪੁਰਖ ਕਉ ਊਤਮ ਕਰ ਮਾਨ। ਭਾਈ ਉਹਨਾਂ ਪੁਰਖਾਂ ਨੂੰ ਸਾਰਿਆਂ ਚੋਂ ਉੱਤਮ ਸ੍ਰੇਸ਼ਟ ਕਰਕੇ ਮਹਾਰਾਜ ਕਹਿੰਦੇ ਮੰਨਣਾ ਕਰੋ। ਜੋ ਕਿਛ ਕਰੈ ਸੋ ਪ੍ਰਭ ਕੈ ਰੰਗ। ਉਹ ਜੋ ਕੁਛ ਵਾਹਿਗੁਰੂ ਕਰਦਾ ਹੈ, ਵਾਹਿਗੁਰੂ ਦੇ ਰੰਗ ਪ੍ਰੇਮ 'ਚ ਹੀ ਰਹਿੰਦੇ ਆ। ਕਿਸੇ ਪ੍ਰਕਾਰ ਦੀ ਨਫ਼ਰਤ ਨਹੀਂ ਫੁਰਦੀ। ਵਾਹਿਗੁਰੂ ਨੇ ਕਿਉਂ ਇਉਂ ਕਰਤਾ, ਇਉਂ ਨਹੀਂ ਕਹਿੰਦੇ। ਹਰ ਵਕਤ ਉਹਦੇ ਰੰਗ 'ਚ, ਉਹਦੇ ਭਾਣੇ 'ਚ ਰਹਿੰਦੇ ਆ, ਭਾਵ ਰੰਗੇ ਰਹਿੰਦੇ ਆ। ਉਹਦੇ ਰੰਗ ਕੌਤਕ ਉਹ ਜਾਣਦੇ ਆ ਸਾਰੇ। ਸਦਾ ਸਦਾ ਬਸੈ ਹਰ ਸੰਗ। ਹਰ ਵਕਤ ਸਦਾ ਸਦਾ ਮਹਾਰਾਜ ਦੇ ਸਿਮਰਨ ਕਰਕੇ ਉਹਦੇ ਨਾਲ ਲਿਵ ਲਾ ਕੇ ਰੱਖਦੇ ਹਨ। ਸਹਿਜ ਸੁਭਾਇ ਹੋਵੈ ਸੋ ਹੋਇ। ਉਹ ਆਪਣੀ ਵੱਲੋਂ ਹਉਮੈ ਨਾਲ ਧਾ ਕੇ ਨਹੀਂ ਕੁਛ ਕਰਦੇ। ਸੁੱਤੇ ਸਿੱਧ ਜੋ ਕੁਛ ਹੁੰਦਾ ਜਾਂਦਾ ਹੈ। ਉਹਨਾਂ ਵੱਲੋਂ ਪਰਉਪਕਾਰ, ਗਰੀਬਾਂ ਦੀ ਮਦਦ, ਰੱਖਿਆ, ਜਿੰਨੇ ਉਪਕਾਰ ਹੁੰਦੇ ਉਹਦੀ ਵੀ ਹਉਮੈ ਨਹੀਂ ਕਰਦੇ। ਉਹ ਵੀ ਇਉਂ ਜਾਣਦੇ ਹਨ। ਕਰਣੈ ਹਾਰ ਪਛਾਣੈ ਸੋਇ। ਉਹ ਤਾਂ ਭਾਈ ਇੱਕੋ ਗੱਲ ਜਾਣਦੇ ਹਨ ਕਿ ਕਰਨਹਾਰਾ ਪਰਮੇਸ਼ਰ ਨੂੰ ਹੀ ਪਛਾਣਦੇ ਹਨ। ਆਪ ਕੁਛ ਬਣਦੇ ਹੀ ਨਹੀਂ ਹੋ। ਜਿਵੇਂ ਕਬੀਰ ਸਾਹਿਬ ਕਹਿੰਦੇ ਨਾ ਕਿ ਕਬੀਰ ਨਾ ਹਮ ਕੀਆ ਨ ਕਰਹਿਗੇ, ਨਾ ਕਰ ਸਕੈ ਸਰੀਰ। ਕਬੀਰ ਸਾਹਿਬ ਕਹਿੰਦੇ ਆ ਵੀ ਨਾ ਅਸੀਂ ਕੀਤਾ ਤੇ ਨਾ ਅਸੀਂ ਕਰ ਸਕਦੇ ਹੀ ਆ ਗਾਂ ਨੂੰ, ਤੇ ਨਾ ਕਰ ਸਕੈ ਸਰੀਰ। ਨਾ ਇਹ ਸਰੀਰ ਨਤਾਣੇ 'ਚ ਕੋਈ ਬਲ ਹੈ ਵੀ ਕੁਛ ਕਰ ਸਕੇ। ਕਹਿੰਦੇ ਕਰਣੈ ਹਾਰ ਪਛਾਣੈ ਸੋਏ। ਉਹ ਕਰਨਹਾਰ ਵਾਹਿਗੁਰੂ ਨੂੰ ਹੀ ਪਛਾਣਦੇ ਹਨ ਤੇ ਕਹਿੰਦੇ ਉਹ ਕੁਛ ਹੀ ਕਰ ਸਕਦਾ। ਪ੍ਰਭ ਕਾ ਕੀਆ ਜਨ ਮੀਠ ਲਗਾਨਾ। ਉਹਨਾਂ ਨੂੰ ਜੋ ਵਾਹਿਗੁਰੂ ਨੇ ਕੀਤਾ ਉਹਦੇ ਭਾਣੇ ਤੋਂ ਉਲਟ ਨਹੀਂ ਉਹ ਚੱਲਦੇ। ਉਹ ਮਹਾਰਾਜ ਦੇ ਜਨਾਂ ਨੂੰ ਬੜਾ ਮਿੱਠਾ ਪਿਆਰਾ ਲੱਗਣ 'ਚ ਆਉਂਦਾ ਭਾਣਾ। ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਹੋ ਜਿਹਾ ਮਹਾਰਾਜ ਦਾ ਸਰੂਪ ਆ ਨਾ, ਅਧ ਅਸ਼ਟਾਂਗ ਸਰੂਪ ਵੈਸਾ ਉਹਨਾਂ ਦੀ ਦ੍ਰਿਸ਼ਟੀ 'ਚ ਆ ਗਿਆ ਹੈ। ਅਵਰਨ ਦੇ ਪਰਦੇ ਤੋਂ ਰਹਿਤ ਹੋ ਕੇ ਉਹਨਾਂ ਆਪਣੇ ਸਰੂਪ ਨੂੰ ਜਿਸ ਪ੍ਰਕਾਰ ਦਾ ਹੈ ਤੈਸਾ ਦੇਖ ਲਿਆ ਹੈ। ਅਦਵੈਤ ਸਰੂਪ ਆਪਣੇ ਆਪ ਤੋਂ ਆਪ ਪ੍ਰਕਾਸ਼ਵਾਨ। ਜਿਵੇਂ ਸਤਿਗੁਰੂ ਜੀ ਅੰਗ 894 ਤੇ ਫਰਮਾਉਂਦੇ ਹਨ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੈ ਜੋ ਪੇਖੈ ਆਖੀ, ਨਹੀਂ ਲੇਪ ਤਿਸ ਪੁੰਨ ਨ ਪਾਪ, ਨਾਨਕ ਕਾ ਪ੍ਰਭ ਆਪੇ ਆਪ। ਜੈਸਾ ਹੈ ਸਰੂਪ ਉਹ ਦੇਖਣ 'ਚ ਆ ਗਿਆ ਉਹਨਾਂ ਦੇ। ਜਿਸ ਤੇ ਉਪਜੇ ਤਿਸ ਮਾਹੇ ਸਮਾਏ। ਤੇ ਮਹਾਰਾਜ ਉਹ ਵੱਖਰੇ ਤਾਂ ਰਹਿ ਹੀ ਗਏ ਹੋਣੇ ਆ। ਮਹਾਰਾਜ ਕਹਿੰਦੇ ਭਾਈ ਜਿਸ ਵਾਹਿਗੁਰੂ ਤੋਂ ਪੈਦਾ ਹੋਏ ਜਲ ਦੀ ਤਰੰਗ ਵਾਂਗੂ, ਲਹਿਰ ਵਾਂਗੂ, ਉਸ ਦੇ ਵਿੱਚ ਹੀ ਅਭੇਦ ਹੋ ਗਏ, ਮਿਲ ਗਏ, ਸਮੁੰਦਰ ਤੇ ਲੂਣ ਦੀ ਲੜੀ ਵਾਂਗੂ। ਓਏ ਸੁਖ ਨਿਧਾਨ ਉਨਹੂ ਬਨ ਆਏ। ਇੱਥੇ ਓਏ ਊੜੇ ਦਾ ਮੂੰਹ ਖੁੱਲ੍ਹਾ, ਪਹਿਲਾਂ ਵੀ ਪਿੱਛੇ ਅਸੀਂ ਜ਼ਿਕਰ ਕਰ ਆਏ ਇਸ ਅੱਖਰ ਦਾ। ਇਹ ਊੜੇ ਦਾ ਮੂੰਹ ਖੁੱਲ੍ਹਾ ਹੋਵੇ ਉਸ ਨੂੰ ਓਏ ਲਮਕਾ ਕੇ ਬੋਲਣਾ, ਥੋੜ੍ਹਾ ਜਿਹਾ ਆਵਾਜ਼ ਨੂੰ ਲਮਕਾ ਲੈਣਾ। ਓਏ ਉਹਦੇ ਨਾਲ ਦੋ ਫਾਇਦੇ ਹੁੰਦੇ ਆ।
ਇੱਕ ਤਾਂ ਅਸੀਂ ਜਦੋਂ ਇਸ ਨੂੰ ਬੋਲਾਂਗੇ ਓਏ, ਤੇ ਫਿਰ ਊੜਾ ਵੀ ਪੂਰਾ ਖੁੱਲੇ ਮੂੰਹ ਵਾਲਾ ਬੋਲ ਉਚਾਰਨ ਹੋਵੇਗਾ, ਔਰ ਜੋ ਈੜੀ ਨੂੰ ਸਿਹਾਰੀ ਲੱਗੀ ਉਹ ਵੀ ਸ਼ੁੱਧ ਉਚਾਰਨ ਹੋਵੇਗੀ। ਨਹੀਂ ਤਾਂ ਅਸੀਂ ਓਏ ਕਵਾਂਗੇ ਤੇ ਊੜਾ ਬੰਦ ਮੂੰਹ ਵਾਲਾ ਉਚਾਰਨ ਹੋ ਜਾਏਗਾ ਔਰ ਈੜੀ ਨੂੰ ਲਾਮ ਲੱਗ ਜੇਗੀ। ਦੋਨੋਂ ਹੀ ਅਸ਼ੁੱਧ ਹੋ ਗਏ, ਸ਼ੁੱਧ ਪਾਠ ਨਹੀਂ ਹੋਇਆ। ਇਸ ਕਰਕੇ ਓਏ ਈੜੀ ਨੂੰ ਸਿਹਾਰੀ ਬੋਲਣੀ ਹੈ, ਲਾਮ ਨਹੀਂ ਬੋਲਣੀ, ਕਿਉਂਕਿ ਈੜੀ ਨੂੰ ਸਿਹਾਰੀ ਇਹ ਜਿਵੇਂ ਅਸੀਂ ਪੜ੍ਹਦੇ ਨਾ, ਈੜੀ ਨੂੰ ਸਿਹਾਰੀ ਟੈਂਕਾ ਕੀ ਬਣਿਆ ਇੱਟ, ਉੱਥੇ ਹੁਣ ਅਸੀਂ ਏਟ ਨਹੀਂ ਕਹਿੰਦੇ ਕਿਉਂਕਿ ਏਟ ਲਾਮ ਨਾਲ ਬਣੇਗੀ ਏਟ। ਇਸ ਕਰਕੇ ਇਹਨਾਂ ਚੀਜ਼ਾਂ ਦਾ ਉਚਾਰਨ ਸਾਨੂੰ ਸਿੱਖਣਾ ਚਾਹੀਦਾ ਵੀ ਉਚਾਰਨ ਲਾਮ ਦਾ ਕਿਵੇਂ ਹੈ, ਲਾਮ ਤੋਂ ਬਿਨਾਂ ਸਿਹਾਰੀ ਦਾ ਉਚਾਰਨ ਕਿਵੇਂ ਹੈ। ਕਹਿੰਦੇ ਓਏ ਸੁਖ ਨਿਧਾਨ ਉਨਹੂ ਬਨ ਆਏ, ਇੱਥੇ ਉਨਹੂ ਨਹੀਂ ਕਹਿਣਾ, ਨੱਕ 'ਚ ਨਹੀਂ ਬੋਲਣਾ। ਜੇ ਨੱਕ 'ਚ ਬੋਲਾਂਗੇ ਉਨਹੂ ਨੂੰ ਤੇ ਟਿੱਪੀ ਲੱਗ ਜਾਵੇਗੀ ਹਾਹੇ ਨੂੰ। ਇੱਥੇ ਹਾਹੇ ਨੂੰ ਕੱਲੇ ਦਲੌਂਕੜ ਹਨ। ਉਨਹੂ ਬਨ ਆਏ, ਇੱਥੇ ਜਿਹੜਾ ਆਏ ਹੈ ਇਹਨੂੰ ਈੜੀ ਨੂੰ ਲਾਮ ਲੱਗੀ ਹੈ, ਇਹਨੂੰ ਝੱਟ ਦੇਣੀ ਬੋਲ ਦੇਣਾ ਆਏ। ਜੇ ਸਿਹਾਰੀ ਹੋਵੇ ਫਿਰ ਆਏ। ਕਹਿੰਦੇ ਉਹ ਜਿਹੜਾ ਸੁੱਖਾਂ ਦਾ ਖਜ਼ਾਨਾ ਹੈ ਨਾ, ਉਹਨਾਂ ਨੂੰ ਬ੍ਰਹਮਾਨੰਦ ਪ੍ਰਾਪਤ ਹੋਇਆ ਹੈ, ਇਹ ਉਹਨਾਂ ਨੂੰ ਬਣ ਆਉਂਦਾ, ਦੂਸਰੇ ਨੂੰ ਦੱਸੀ ਨਹੀਂ ਜਾਂਦੀ ਹਾਲਤ ਉਹਨਾਂ ਦੀ। ਆਪਸ ਕਉ ਆਪ ਦੀਨੋ ਮਾਨ। ਮਹਾਰਾਜ ਸਾਹਿਬ ਨੇ ਆਪ ਦੇ ਪਿਆਰਿਆਂ ਨੂੰ ਆਪ ਹੀ ਆਪਣਾ ਸਰੂਪ ਬ੍ਰਹਮ ਗਿਆਨ, ਆਪ ਪਰਮੇਸ਼ਰ ਰੂਪ ਮਾਨ ਸਤਿਕਾਰ ਦਿੱਤਾ ਹੈ। ਨਾਨਕ ਪ੍ਰਭ ਜਨ ਏਕੋ ਜਾਨ। ਸਤਿਗੁਰੂ ਜੀ ਕਹਿੰਦੇ ਇਉਂ ਭਾਈ, ਵਾਹਿਗੁਰੂ ਤੇ ਵਾਹਿਗੁਰੂ ਦੇ ਪਿਆਰੇ ਇੱਕੋ ਹੀ ਰੂਪ ਹੈ, ਜਾਣਨਾ ਕਰੋ। ਮਹਾਰਾਜ ਦੇ ਪਿਆਰੇ ਆਪ ਕੁਝ ਨਹੀਂ ਬਣਦੇ, ਉਹਦੀ ਰਜਾ 'ਚ ਰਹਿੰਦੇ ਆ, ਉਹ ਮਹਾਰਾਜ 'ਚ ਏਕਤਾ ਵਾਲੇ ਸਮਝੋ। ਸੋ ਸਾਧ ਸੰਗਤ ਜੀ, ਏਸੀ ਸਤਿਗੁਰੂ ਜੀ ਦੀ ਕਿਰਪਾ ਨਾਲ 14ਵੀਂ ਅਸ਼ਟਪਦੀ ਔਰ 14ਵੀਂ ਅਸ਼ਟਪਦੀ ਦੀ ਵਿਚਾਰ ਸੰਪੂਰਨਤਾ ਸਤਿਗੁਰਾਂ ਆਪ ਤਰਸ ਕਰਕੇ ਕਰਵਾਈ ਹੈ। ਸੋ ਗੁਰਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਸਾਧ ਸੰਗਤ ਜੀ ਬੜੇ ਹੀ ਸਤਿਕਾਰਯੋਗ ਹੋ, ਆਪ ਬਖਸ਼ਣਹਾਰ ਹੋ, ਬਖਸ਼ ਲੈਣਾ ਸੰਗਤ ਜੀ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੱਦੀ ਤੇ ਬਿਰਾਜਮਾਨ ਸਤਿਗੁਰੂ, ਤਖਤਾਂ ਤਾਜਾਂ ਦੇ ਮਾਲਕ ਸਤਿਗੁਰੂ ਬਖਸ਼ਣਹਾਰ ਪਿਤਾ ਹਨ, ਬਖਸ਼ ਲੈਣ। ਅੱਗੇ ਤੋਂ ਸਮੱਤ ਬਖਸ਼ਣ ਸੁਧ ਸਪਸ਼ਟ ਔਰ ਬੜੀ ਹੀ ਸੂਝਤਾ ਨਾਲ, ਬੜੀ ਹੀ ਸੁਚਮਤਾ ਦੇ ਨਾਲ ਸਤਿਗੁਰੂ ਆਪ ਆਪਣੀ ਗੁਰਬਾਣੀ ਵਿਚਾਰ ਕਥਾ ਵਿਚਾਰ ਆਪ ਕਰਵਾ ਲੈਣ। ਆਓ 14ਵੀਂ ਅਸ਼ਟਪਦੀ ਦੀ ਸੰਪੂਰਨਤਾ ਦੀਆਂ ਅਸੀਂ 2 ਪੰਕਤੀਆਂ ਪੜ੍ਹ ਕੇ ਗਾ ਕੇ ਸਰਵਣ ਕਰਨਾ ਕਰੀਏ ਜੀ। ਆਪਸ ਕਉ ਆਪ ਦੀਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।